इंडस एज एंड फ्रेंड्स वर्ल्ड टीवी की तरफ से आप सबका स्वागत। मैं आपका अपना वरुण तिवारी। आज एक स्पेशल मुलाकात करवाएंगे सुषमा वर्मा प्रशांत जी के साथ। जी हाँ, जालंधर शहर से उन्होंने अपना सफ़र स्टार्ट किया। बचपन से लेके अब तक हज़ारों ही मूवीज़, हज़ारों ही सीरियल्स, कितनी सारी शूटिंग्स के साथ। आइए एक स्पेशल मुलाकात करते हैं सुषमा जी के साथ। तो सुषमा जी, आपका बहुत बहुत स्वागत। आज आपके साथ स्क्रीन के ऊपर शेयर करते हुए और स्टूडियो में एक दूसरे के साथ बात करते हुए बड़ा अच्छा लग रहा है। एंड वी ऑलवेज से कि वी प्राउड ऑन यू, जो आप पूरी दुनिया में हम इंडियंस का नाम बहुत बढ़ा रहे हैं, क्योंकि आपने कितने सारे रोल्स किए हैं एक्टिंग की दुनिया में शुरू से लेके, और स्पेशली जलंधर से आप हो, मैं भी जलंधर से हूँ। तो इस चीज़ को लेके बहुत ही अच्छा लग रहा है कि आपके साथ बात करके। आपका बहुत बहुत स्वागत। थैंक यू सो मच। वैसे मैं पंजाबी में भी कंफर्टेबल हूँ बोलने के लिए, मुझे कोई प्रॉब्लम नहीं है। जी, आप तो पंजाबी ਦੇ ਵਿੱਚ ਸਰ ਤੁਹਾਨੂੰ ਆਪਾਂ ਪੰਜਾਬੀ ਚ ਗੱਲ ਕਰ ਲੈਂਦੇ ਹਾਂ ਜੀ। ਹਾਂਜੀ, ਆਪਾਂ ਪੰਜਾਬੀ ਚ ਗੱਲ ਕਰਦੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਨਾਲ ਵੀ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਅਸੀਂ ਰੂਬਰੂ ਇੱਕ ਮਤਲਬ ਮੈਂ ਤੁਹਾਨੂੰ ਦੇਖ ਪਾ ਰਹੀ ਹਾਂ ਔਰ ਗੱਲ ਕਰ ਰਹੀ ਹਾਂ। ਮੈਨੂੰ ਬਹੁਤ ਅੱਛਾ ਲੱਗ ਰਿਹਾ। ਥੈਂਕ ਯੂ ਸੋ ਮਚ। ਸੁਸ਼ਮਾ ਜੀ, ਅਗਰ ਮੈਂ ਗੱਲ ਕਰਾਂ ਤੁਹਾਡੀ ਲਾਈਫ ਦੀ ਜਰਨੀ ਦੀ, ਹੈ ਨਾ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਐਕਟਿੰਗ ਦੀ ਦੁਨੀਆ 'ਚ ਆਏ। ਫਸਟ ਪਹਿਲੀ ਵਾਰ ਸ਼ੂਟ ਤੇ ਜਦ ਤੁਸੀਂ ਗਏ, ਆਪਾਂ ਉੱਥੋਂ ਸਟਾਰਟ ਕਰਦੇ ਹਾਂ ਕਿ ਕੁਝ ਉਹ ਵਾਲੀ ਯਾਦਾਂ ਨੂੰ ਤਾਜ਼ਾ ਕਰਦੇ ਹਾਂ। ਹਾਂ, ਜਦੋਂ ਮੈਂ ਸ਼ੁਰੂਆਤ ਕੀਤੀ, ਮੈਂ ਵੈਸੇ ਬਹੁਤ ਛੋਟੀ ਸੀ ਤੇ ਮੈਂ ਦੂਰਦਰਸ਼ਨ ਮੇਰੇ ਘਰ ਦੇ ਸਾਹਮਣੇ ਸੀ। ਉਹ ਪਿੱਛੋਂ ਦੀਵਾਰ ਥੋੜੀ ਜਿਹੀ ਟੁੱਟੀ ਹੋਈ ਸੀ ਤੇ ਬਸ ਸਕੂਲੋਂ ਆਂਦਿਆਂ ਮੈਂ ਅੰਦਰ ਚਲੀ ਗਈ ਔਰ ਕੁਝ ਵੈਸੇ ਬੋਲ ਬਾਲ ਕੇ ਆਪਣਾ ਆਡੀਸ਼ਨ ਦੇ ਦਿੱਤਾ, ਕਿਉਂਕਿ ਉਦੋਂ ਨਹੀਂ ਇੰਨਾ ਪਤਾ ਹੁੰਦਾ ਸੀ। ਸਕੂਲ ਟਾਈਮ ਥੋੜਾ ਬਹੁਤਾ ਕੁਝ ਨਾ ਕੁਝ ਅਸੀਂ ਕਰਦੇ ਰਹਿੰਦੇ ਸੀ। ਉਹ ਕੁਝ ਕਾਊਂਟ ਨਹੀਂ ਕਰਦਾ, ਕਿਉਂਕਿ ਕਈ ਵਾਰੀ ਏਦਾਂ ਹੁੰਦਾ ਸੀ ਕਿ ਮੈਂ ਰੈਡੀ ਹੋ ਕੇ ਬੈਠੀ ਰਹਿੰਦੀ ਸੀ, ਮੇਰਾ ਨੰਬਰ ਨਹੀਂ ਆਂਦਾ ਸੀ ਔਰ ਬਾਕੀ ਲੋਕ ਕਰਕੇ ਨਿਕਲ ਜਾਂਦੇ ਸੀ। ਮੈਂ ਰੋਂਦੀ ਰੋਂਦੀ ਘਰ ਚਲੀ ਜਾਂਦੀ ਸੀ ਤੇ ਏਦਾਂ ਦੇ ਓਕੇ। ਮੂਮੈਂਟ ਵੀ ਆਉਂਦੇ ਸੀ। ਉਸ ਤੋਂ ਬਾਅਦ ਮੈਂ ਜਦੋਂ ਆਪਣਾ ਦੂਰਦਰਸ਼ਨ ਜੁਆਇਨ ਕੀਤਾ, ਆਡੀਸ਼ਨ ਦਿੱਤੀ, ਸਰਦਾਰਜੀਤ ਬਾਵਾ ਜੀ ਸੀ ਉੱਥੇ, ਫਿਰ ਆਪਣਾ ਵੰਨਾ ਦੀਦੀ ਸੀ, ਸੁਨੀਤਾ ਸਾਨੀ, ਕਾਫੀ ਡਾਇਰੈਕਟਰ ਸੀ ਮੀਟਿੰਗ ਰੂਮ 'ਚ। ਉੱਥੇ ਮੇਰਾ ਛੋਟਾ ਜਿਹਾ ਆਡੀਸ਼ਨ ਹੋਇਆ, ਮੈਂ ਆਪੇ ਹੀ ਕਰ ਕਰਕੇ ਸੁਣਾਤਾ ਉਹਨਾਂ ਨੂੰ ਸਭ ਕੁਝ। ਤੇ ਦੂਸਰੇ ਦਿਨ ਮੇਰਾ ਕੁਝ ਆਡੀਸ਼ਨ ਪਾਸ ਹੋ ਗਿਆ ਔਰ ਦੂਸਰੇ ਦਿਨ ਕੁਝ ਬੱਚਿਆਂ ਦਾ ਕੁਝ ਚੱਲ ਰਿਹਾ ਸੀ, ਜਿੱਦਾਂ ਐਲਬੀਡਬਲਿਊ ਐਸ ਕੋਈ ਸਕਿੱਟ ਸੀ। ਸੌਰੀ। ਔਰ ਉਸ ਸਕਿੱਟ 'ਚ ਮੈਂ ਕੰਮ ਕੀਤਾ। ਪਰ ਮੈਂ ਜਦੋਂ ਪਹਿਲੇ ਦਿਨ ਗਈ ਸਟੂਡੀਓ ਦੇ ਵਿੱਚ, ਕੈਮਰੇ ਤਿੰਨ ਆਪਣੇ ਦੂਰਦਰਸ਼ਨ 'ਚ ਤਿੰਨ ਕੈਮਰੇ ਔਰ ਪੈਨਲ ਤੋਂ ਉੱਪਰੋਂ ਕੋਈ ਬੋਲ ਰਹੇ, ਕੋਈ ਥੱਲੇ, ਮਤਲਬ ਇਦਾਂ ਮੈਨੂੰ ਤਾਂ ਕੋਈ ਐਕਸਪੀਰੀਅੰਸ ਨਹੀਂ ਸੀ ਹੈਗਾ। ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ, ਸਮਝ ਨਹੀਂ ਆ ਰਿਹਾ ਸੀ ਕਿ ਕਿੱਦਾਂ ਕਰਨਾ, ਪਰ ਕੌਨਫੀਡੈਂਸ ਸੀ ਕਿ ਕਰਨਾ ਮਤਲਬ ਕਰਨਾ। तो बस अच्छा, बहुत अच्छा लगा उस दिन, बहुत अच्छा फील होया ਜਦੋਂ मैं फर्स्ट टाइम कैमरे ਦੇ ਸਾਹਮਣੇ ਆਈ ਕਿ ਮੇਰੇ ਮਨ 'ਚ ਸੀ ਕਿ ਮੈਂ ਕੁਝ ਜ਼ਿੰਦਗੀ 'ਚ ਕਰਾਂ, ਕੁਝ ਅਲੱਗ ਕਰਾਂ। ਮਤਲਬ ਬਚਪਨ 'ਚ ਪਤਾ ਨਹੀਂ ਲੱਗਦਾ ਕਿ ਕੀ ਕਰਨਾ, ਸਾਡੇ ਟਾਈਮ 'ਚ ਨਹੀਂ ਪਤਾ ਲੱਗਦਾ ਸੀ। ਅੱਜ ਕੱਲ ਹੈਗਾ ਜ਼ਮਾਨਾ ਇਦਾਂ ਦਾ ਹੈਗਾ ਕਿ ਛੋਟੇ ਛੋਟੇ ਬੱਚੇ ਅੱਜ ਕੱਲ ਬਹੁਤ ਸਮਾਰਟ ਹੈਗੇ, ਕਿਉਂਕਿ ਉਹਨਾਂ ਦੇ ਕੋਲ ਬਹੁਤ ਵੇ ਹੈਗਾ ਹੈ। ਛੋਟੇ ਛੋਟੇ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ, ਜਾਂ ਅੱਜ ਕੱਲ ਮੀਡੀਆ ਚੱਲ ਰਿਹਾ ਜੋ ਛੋਟੇ ਛੋਟੇ ਕਰਕੇ ਅੱਜ ਕੱਲ ਬਹੁਤ ਕੁਝ। ਸਾਡੇ ਸਮੇਂ 'ਚ ਇਹ ਨਹੀਂ, ਮੋਬਾਈਲ ਨਹੀਂ ਸੀ ਹੁੰਦਾ, ਮੋਬਾਈਲ ਤੱਕ ਜੀ ਨਹੀਂ ਵੀ ਨਹੀਂ ਹੁੰਦਾ ਸੀ। ਇੱਕ ਟੀਵੀ ਹੁੰਦਾ ਸੀ ਘਰ ਵਿੱਚ, ਫੋਨ ਬਹੁਤ ਘੱਟ ਫੋਨ ਹੁੰਦੇ ਸੀ ਲੋਕਾਂ ਦੇ ਘਰਾਂ 'ਚ। ਤੇ ਉੱਥੋਂ ਅਸੀਂ ਉਸ ਟਾਈਮ ਦੇ ਉੱਠੇ ਹੋਏ, ਹਨਾ, ਇੱਕ ਸਧਾਰਨ ਜਿਹਾ ਪਰਿਵਾਰ ਸਾਡਾ ਸੀ। ਅਸੀਂ 4 ਭੈਣਾਂ, ਇੱਕ ਭਰਾ, ਮੇਰੇ ਪਾਪਾ ਪੀਐਸਈ ਵਿੱਚ ਕੰਮ ਕਰਦੇ। ਮਤਲਬ ਛੋਟਾ ਜਿਹਾ ਦਾਇਰਾ ਸੀ ਸਾਡਾ, ਬਸ ਉਹਦੇ ਵਿੱਚੋਂ ਮੈਂ ਨਿਕਲੀ ਬਾਹਰ ਔਰ ਬੰਬੇ ਤੱਕ ਪਹੁੰਚੀ। ਇਹ ਮੇਰੀ ਤਕਦੀਰ ਕਿਹਾ ਜਾ ਸਕਦਾ ਹੈ, ਜਾਂ ਮਤਲਬ ਨਹੀਂ ਤਾਂ ਪੋਸੀਬਿਲਿਟੀ ਨਹੀਂ ਹੈਗੀ ਸੀ, ਪਰ ਹੋ ਗਿਆ। ਤੇ ਭਗਵਾਨ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ। ਭਗਵਾਨ ਨੇ ਸਾਨੂੰ ਇੱਕ ਬਹੁਤ ਅੱਛਾ ਗ੍ਰੇਟ ਆਰਟਿਸਟ ਦੇਣਾ ਸੀਗਾ, ਤੇ ਕਿਉਂ ਨਹੀਂ ਹੋਣਾ ਸੀਗਾ। ਸੁਸ਼ਮਾ ਜੀ, ਅਗਰ ਮੈਂ ਗੱਲ ਕਰਾਂ ਕਿ ਕੋਈ ਐਦਾਂ ਦਾ ਟਾਈਮ, ਕੋਈ ਐਦਾਂ ਦੀ ਕਹਾਣੀ ਜਾਂ ਐਦਾਂ ਦੀ ਸਟੋਰੀ ਕਿਹੜੀ ਥੋੜੀ ਖੱਟੀ ਮਿੱਠੀ ਜੀ ਹੋਵੇ, ਤੇ ਕਦੀ ਤੁਸੀਂ ਸ਼ੂਟਿੰਗ ਤੇ ਹੋ ਤੇ ਸ਼ੂਟਿੰਗ ਦੇ ਉੱਤੇ ਕੋਈ ਨਾ ਕੋਈ ਪੰਗਾ ਪੈ ਗਿਆ ਹੋਵੇ, ਜਾਂ ਕੋਈ ਐਦਾਂ ਦੀ ਚੀਜ਼ ਹੋਈ ਹੋਵੇ, ਜਾਂ ਤੁਸੀਂ ਕਿਹਾ ਹੋਵੇ ਹੇ ਰੱਬਾ ਅੱਜ ਦਾ ਮੇਰਾ ਦਿਨ ਕਢਾ ਦੇ, ਜਾਂ ਅੱਜ ਦੀ ਸ਼ੂਟਿੰਗ ਕਢਾ ਦੇ, ਜਾਂ ਕੋਈ ਨਾ ਕੋਈ ਐਦਾਂ ਦੀ ਚੀਜ਼, ਕੋਈ ਸ਼ੂਟਿੰਗ ਦੀ ਕਿਹੜੀ ਤੁਸੀਂ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੋ। ਹਾਂ, ਏਦਾਂ ਦੀਆਂ ਬਹੁਤ, ਜਿੰਨਾ ਕੁ ਮੇਰਾ ਲਾਈਫ ਦਾ ਸਫ਼ਰ ਹੈਗਾ, ਏਦਾਂ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਹੈਗੀਆਂ, ਪਰ ਮੈਂ ਇੱਕ ਦੋ ਤੁਹਾਨੂੰ ਦੱਸਾਂਗੀ। ਇੱਕ ਵਾਰੀ ਤੇ ਮੈਂ ਸ਼ੂਟਿੰਗ ਕਰ ਰਹੀ ਸੀ ਤੇ ਡਾਇਰੈਕਟਰ ਸਾਡੇ ਜਿਹੜੇ ਸੀ, ਉਹ ਜੀ। ਕੁਝ ਮੇਰਾ ਰੋਲ ਉਸ ਟਾਈਪ ਦਾ ਸੀ, ਉਹਨਾਂ ਨੇ ਪਹਿਲੇ ਦਿਨ ਕੁਝ ਸਪਰੇ ਕਰ ਦਿੱਤਾ ਮੇਰੇ ਵਾਲਾਂ ਤੇ ਓਕੇ। ਹਾਂ, ਕੋਈ ਹੌਰਰ ਸ਼ੋ ਸੀ। ਮੈਂ ਡਾਇਰੈਕਟਰ ਦਾ ਨਾਮ ਨਹੀਂ ਲਊਂਗੀ,
ਅੱਜ ਤੱਕ ਮੇਰੀ ਉਹਨਾਂ ਜੀ ਨਾਲ ਬਣੀ ਨਹੀਂ ਕਦੀ ਨਹੀਂ। ਇੱਕ ਹੀ ਬੰਦਾ ਕਹਿੰਦਾ ਦਾ ਜਿਨ੍ਹਾਂ ਦੇ ਨਾਲ ਮੇਰਾ ਏਦਾਂ ਬੈਡ ਐਕਸਪੀਰੀਅੰਸ ਹੋਇਆ, ਕਦੀ ਨਹੀਂ ਮੇਰਾ ਕਿਸੇ ਦੇ ਨਾਲ ਹੋਇਆ, ਕਿਉਂਕਿ ਜਿੰਨਾ ਮੈਂ ਇੱਕ ਵਾਰੀ ਕੰਮ ਕੀਤਾ ਮੈਂ ਕਾਫੀ ਵਾਰੀ ਕੰਮ ਕੀਤਾ। ਤੇ ਉਹ ਜੀ ਸਰ ਕਹਿੰਦੇ ਇੱਕ ਦੂਸਰੇ दिन पहले मेरे बाल बड़े खराब हो गए एकदम। मैं दूसरे दिन सेट पे आई, मैंने कहा सर आप अगर आप मेरे लिए कुछ वीक मंगवा लेते तो अच्छा था, क्योंकि ये डेली डेली नहीं होगा, क्योंकि फिर पता चले मेरे बाल ही निकल गए। और मैं बचपन में मेरे सिर में कुछ प्रॉब्लम हो गई थी स्किन पे, तो मम्मी को ये टेंशन है किसी चाहे जी कि पता नहीं ये हुण वाल आणगे कि नहीं आणगे, पता नहीं ये दिमाग भी काम करेगा कि नहीं करेगा, क्योंकि कोई मैनू जरा टच कर दिंदा सी मैं बेहोश हो जाती सी। मतलब जी देखो मेरी कंडीशन भी इस तरीके दी सी बचपन च, ਮੈਨੂੰ ਯਾਦ ਵੀ ਨਹੀਂ ਸੀ ਕੁਝ ਰਹਿੰਦਾ। ਪਰ ਉਹ ਮੈਂ ਥੋੜੀਆਂ ਜਿਹੀਆਂ ਚੀਜ਼ਾਂ ਅਵੋਇਡ ਕਰਦੀ ਆ, ਕਦੀ ਸੈੱਟ ਦੇ ਉੱਪਰ ਨਾ ਜ਼ਿਆਦਾ ਕੁਝ ਸਪਰੇ ਵਗੈਰਾ ਜਾਂ ਲਗਾਉਂਦੀ ਨਹੀਂ ਮੈਂ ਉੱਤੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇਦਾਂ ਹੋ ਗਿਆ कि ਤੁਸੀਂ अगर आप ऐसे कर ले तो अच्छा। बोले नहीं नहीं ऐसे नहीं होगा, क्योंकि वो कंटिन्यूटी जा चुकी है। मैंने कहा सर मैं समझती हूँ आपकी सारी बात, लेकिन मुझे प्रॉब्लम है, मतलब कल को कोई प्रॉब्लम होगी तो क्या होगा। वो करते करते ना मतलब वो मैं ਉਹਨਾਂ ਨੂੰ ਨਹੀਂ परमिशन दी कि मैं वो लगावा। मैंने कहा कुछ और कर दीजिए आप, है ना। पता नहीं ज्यादा नहीं पता सी मैंने कि क्राइलोन दे भी बहुत अच्छे आंदे शील्ड ਜਿਹੜੇ ਆਪਾਂ ਲਾ ਸਕਦੇ हैं जिन्हां ਨਾਲ प्रॉब्लम नहीं होती। मतलब उन्होंने जी उस सेशन में मेरे साथ, मतलब उनको इतना गुस्सा आया उस बात के लिए, उस सर को। बिल्कुल बिल्कुल, उन्होंने बताइए। बोला कि चलिए ठीक है हम ये कुछ अलग कर देते हैं। उन्होंने कर दिए वापिस वो। चलो मैंने भी सोचा चलो कर लेती हूँ। उन्होंने जी एक सीन मुझे सीढ़ियां उतरना सीढ़ियां चढ़ना था, सीढ़ियां उतरना सीढ़ियां चढ़ना था, वैसा एक सीन था। सीन एक ही था, उसमें मैंने उतरना ही था खाली। उन्होंने मुझे पता नहीं 10 बार सीढ़ियों पे चढ़ाया और उतरवाया, ये सोच के कि मतलब उन्होंने मन च गल आ गई कि नहीं अभी है ना कि सताना है जितना आर्टिस्ट ਨੂੰ। फर्स्ट टाइम मेरा फर्स्ट एक्सपीरियंस ही वो वाला। और मैं उस तो बाद कसम खा ली कि जिंदगी च कदी भी पहला मैं पूछ लूंगी कि की तुसी अप्लाई करना मेरे ऊपर, है ना। उस तो बाद ही मैं यस करूंगी, नहीं तो मैं मेरी फसन वाली गल हो जाती फिर उस तो बाद उस। और मैं क्रॉस मार दिता उस दिन तो बाद। पूरा यूनिट ਨੂੰ ਸਮਝ ਆਣ ਲੱਗ ਪਿਆ, पूरे असिस्टेंट्स ਨੂੰ ਸਮਝ ਆਣ ਲੱਗ ਪਿਆ, सब ਨੂੰ समझ आਣ ਲੱਗ ਪਿਆ कि ये जानबूझ के हो रहा है, कि मैडम जी कितना अच्छा वो टेक दे रही है। और बार 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 वो मेरा इन्ना बैड एक्सपीरियंस ਸੀ। ਉਸ ਤੋਂ ਬਾਅਦ ਮੈਂ ਸੋਚਿਆ ਕਿਸੇ ਤਰ੍ਹਾਂ ਮੈਂ ਇਹਨਾਂ ਦਾ ਕੰਮ ਖਤਮ ਕਰਾਂ ਤੇ ਬਾਅਦ ਚ ਬਸ ਜੀ ਅੱਗੋਂ ਤੋਂ ਡਿਸਟੈਂਸ ਤੇ ਇਦਾਂ ਹੋਇਆ। ਔਰ ਇੱਕ ਵਾਰੀ ਬਹੁਤ ਬੈਡ ਐਕਸਪੀਰੀਅੰਸ ਹੋਇਆ। ਬੈਡ ਮਤਲਬ ਇਦਾਂ ਜਿੱਦਾਂ ਆਪਣੇ ਜਦੋਂ ਜ਼ਿੰਦਗੀ ਚ ਸਾਡੇ ਨਾਲ ਆਪਣੇ, ਮੈਂ ਸ਼ੂਟ ਕਰ ਰਹੀ ਸੀ ਆਪ ਬੀਤੀ ਔਰ ਵੀਆਰ ਫਿਲਮਸ ਦਾ, ਔਰ ਸ਼ੂਟ ਕਰ ਰਹੀ ਸੀ ਔਰ ਮੈਨੂੰ ਫੋਨ ਆਇਆ ਕਿ ਮੇਰੇ ਮੰਮਾ ਦੀ ਡੈਥ ਹੋ ਗਈ। ਰਾਤੀ ਮੈਂ ਉਹਨਾਂ ਨਾਲ ਗੱਲ ਕੀਤੀ, मैं इन्नी ज्यादा टूट गई। और सीन भी सी इम्पोर्टेंट क्योंकि वो टेलीकास्ट होना सी और जाना सी। वो रिक्वेस्ट जी कर रहे थे कि अगर आप ये करके जाएंगे तो अच्छी बात है। फिर वही शो मस्ट गो ऑन। वो मैं सीन किया, उस तो बाद उन्होंने मैंने किया, मैं बाय एयर अपने घर पहुंची। इतना ही मैं साई दी शूट कर रही थी, पापा की डेथ हो गई, वो सीन जरूरी था, वो हो चुका। और मुझे मैंने फोन लिया, ਮੈਨੂੰ ਪਤਾ ਸੀ जी ਮੇਰੇ ਪਾਪਾ ਦੀ ਤਬੀਅਤ ਠੀਕ ਨਹੀਂ, ਮੈਨੂੰ ਕਦੀ ਵੀ ਇਦਾਂ ਦਾ ਕਾਲ ਆ ਸਕਦਾ। ਤਾਂ ਅਸੀਂ ਵੀ ਮੈਂਟਲੀ ਪ੍ਰੀਪੇਅਰਡ ਕਿਤੇ ਰਹੀਦਾ। बड़ी कॉल आ रही थी। मेकअप दादा आके कहते मैम आपका कॉल बार बार आ रहा। उनके पास मेरा मोबाइल था। मैंने कहा नहीं अभी नहीं, मैं बाद में देखूंगी, मेरा सीन कंप्लीट होने दो। वो सीन कंप्लीट हो गया। उस तो बाद मैंने पता लगा कि मेरे पापा की डेथ हो गई। मतलब उस दिन भी मैं मतलब फिर मैं पूरी टूट गई सी। मम्मी ਦੀ ਡੈਥ ਤੋਂ ਬਾਅਦ ਅੱਧੀ ਟੁੱਟੀ ਸੀ ਕਿਉਂਕਿ ਪਾਪਾ ਨੇ ਸੰਭਾਲਿਆ ਸੀ। ਪਾਪਾ ਦੀ ਡੈਥ ਤੋਂ ਬਾਅਦ ਪੂਰਾ ਮਤਲਬ ਜਿੱਦਾਂ ਹੁੰਦਾ ਨਾ ਇੱਕ ਮਾਂ-ਬਾਪ ਦਾ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦਾ ਰੋਲ ਬਹੁਤ ਸੀ ਮੇਰੀ ਜ਼ਿੰਦਗੀ 'ਚ, ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ। ਮੇਰੇ ਮੰਮੀ ਪਾਪਾ ਦਾ, ਮੇਰੀ ਫੈਮਿਲੀ ਦਾ, ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਸੀ ਮੈਨੂੰ। ਤੇ ਇਦਾਂ ਦੇ ਇੰਸੀਡੈਂਟ ਕਦੀ-ਕਦੀ ਹੁੰਦੇ ਰਹਿੰਦੇ ਨਾ, ਤੇ ਡਰ ਲੱਗਦਾ ਰਹਿੰਦਾ ਸਿੱਟ ਤੇ ਜਾ ਕੇ ਕਦੀ ਕਿ ਸਭ ਠੀਕ ਠਾਕ ਰਹੇ, ਸ਼ਾਮ ਤੱਕ ਅੱਛੀ ਕੰਪਲੀਟ ਕਰਕੇ ਇਨਕਾ ਕੰਮ ਆਪਾਂ ਘਰ ਪਹੁੰਚੀਏ, ਹੈ ਨਾ। ਕਿਉਂਕਿ ਬਹੁਤ 100 ਲੋਕ ਜੁੜੇ ਹੁੰਦੇ ਨੇ, ਇੱਕ ਅਸੀਂ ਇੱਕ ਹੁੰਨੇ ਆ, ਹਨਾ। ਸਾਡੇ ਇੱਕ ਵਾਸਤੇ 100 ਲੋਕਾਂ ਨੂੰ ਸਫਰ ਕਰਨਾ ਪੈਂਦਾ। ਬੀਇੰਗ ਏ ਪ੍ਰੋਫੈਸ਼ਨਲ ਸਾਨੂੰ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ। ਔਰ ਆਪਣੇ ਰਿਸ਼ਤੇ ਜਿਹੜੇ ਹੁੰਦੇ ਉਹ ਬਹੁਤ ਜ਼ਰੂਰੀ ਹੁੰਦੇ ਜਿੱਥੇ ਅਸੀਂ ਜੁੜੇ ਹੁੰਦੇ ਆ। ਸੋ ਇਦਾਂ ਦੇ ਐਕਸਪੀਰੀਅੰਸ ਹੁੰਦੇ ਰਹਿੰਦੇ ਲਾਈਫ ਵਿੱਚ ਕਦੀ ਕਦੀ। ਤੇ ਆਪਾਂ ਕੁਝ ਅੱਛੇ ਐਕਸਪੀਰੀਅੰਸ ਦੀ ਵੀ ਗੱਲਾਂ ਕਰਾਂਗੇ ਕਿ ਕਿੱਦਾਂ ਕਿ ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਈ ਡਾਇਰੈਕਟਰ ਦਾ ਨਾਮ ਨਹੀਂ ਲਿਆ ਤੇ ਲੇਕਿਨ ਮੈਂ ਇੱਕ ਡਾਇਰੈਕਟਰ ਦਾ ਨਾਮ ਲੈਣਾ, ਦੇਵੀ ਜੀ। ਤੇ ਤੁਸੀਂ ਉਹਨਾਂ ਨਾਲ ਵੀ ਕੰਮ ਕਰਨ ਜਾ ਰਹੇ ਹੋ ਤੇ ਕੁਝ ਆਪਣੇ ਉਸ ਪ੍ਰੋਜੈਕਟ ਬਾਰੇ ਵੀ ਸਾਨੂੰ ਦੱਸੋ। ਹਾਂਜੀ, ਦੇਵੀ ਸਰ ਦੇ ਨਾਲ ਮੈਂ ਜਿਹੜਾ ਪ੍ਰੋਜੈਕਟ ਕਰ ਰਹੀ ਹਾਂ ਬਹੁਤ ਐਕਸਾਈਟਿਡ ਹੈਗੀ ਆ ਉਸ ਵਾਸਤੇ। ਉਹ ਵੀ ਕਾਮੇਡੀ ਹੈਗਾ ਕੁਝ। ਪੂਰੀ ਸਟੋਰੀ ਤੇ ਮੈਂ ਨਹੀਂ ਮਤਲਬ ਰਿਵੀਲ ਕਰ ਪਾਵਾਂਗੀ। ਥੋੜਾ ਜਿਹਾ ਮੈਂ ਦੱਸੂਗੀ ਕਿ ਉਹ ਵੀ ਕਾਮੇਡੀ ਹੈ ਕਿਉਂਕਿ ਬੈਕ ਇੱਕਦਮ ਥੋੜਾ ਹੀ ਪਹਿਲਾਂ ਹੀ ਮੈਂ ਵਿਲਾਇਤੀ ਭਾਬੀ ਕਰਕੇ ਇੱਕ ਸੀਰੀਅਲ ਕੀਤਾ ਸੀ ਕਾਮੇਡੀ
फुल कॉमेडी, फुल धमाल। मतलब वो दादी है, दादी ने वीडियो च काम करना, अगर हीरोइन ने करना तो कहती पहला मैं करना, और हीरोइन बनना है उन्हें। हर पूरे पिंड विच घुम घुम के अपनी पब्लिसिटी करनी उन्हें। मैं सोहनी यंग जवान कुड़ी, ये मेरा पेट डॉग था। मैं सोहनी जी यंग जवान कुड़ी, वो अपने आप को कुड़ी कहती है। शायद मैं अपने लिंक्स ਭੇਜੇ ਸੀ ਦੇਵੀ ਸਰ ਨੂੰ, ਉਹਨਾਂ ਨੂੰ ਅੱਛਾ ਲੱਗਾ ਹੋਵੇਗਾ, ਤੇ ਉਹਨਾਂ ਨੇ ਮੈਨੂੰ ਕਾਸਟ ਕੀਤਾ ਆਪਣੀ ਫਿਲਮ ਵਿੱਚ। ਦੇਵੀ ਸਰ ਨੇ ਬਹੁਤ ਨਾਈਸ ਪਰਸਨ ਹੈਗੇ ਨੇ, ਤੇ ਇਸ ਤਰੀਕੇ ਦੇ ਨਾਲ ਮੈਂ ਹੁਣ ਉਹਨਾਂ ਦੇ ਨਾਲ ਪ੍ਰੋਜੈਕਟ ਕਰ ਰਹੀ ਹਾਂ। ਪਲੱਸ ਇੱਕ ਮੈਂ ਕਿੰਦਰ ਸਰ ਦੇ ਨਾਲ ਵੀ ਪ੍ਰੋਜੈਕਟ ਕਰ ਰਹੀ ਹਾਂ। ਕਿੰਦਰ ਸਰ ਨੇ ਵੀ ਮੈਨੂੰ ਪਹਿਲਾਂ ਤੋਂ ਕਹਿ ਕੇ ਰੱਖਿਆ ਸੀ, ਤੇ ਉਹਨਾਂ ਦਾ ਇੱਕ ਸਬਜੈਕਟ ਅਲੱਗ ਹੈ। ਉਹ ਬਹੁਤ ਜੀ ਟੱਚੀ ਫਿਲਮ ਹੈਗੀ ਹੈ, ਉਹ ਵੂਮਨ ਓਰੀਐਂਟਡ ਹੈਗੀ ਹੈ। ਮਤਲਬ ਉਹ ਮਾਂ ਹੀ ਸਭ ਕੁਝ ਹੈ ਫਿਲਮ ਵਿੱਚ, ਜਿਹੜੀ ਮਾਂ ਦਾ ਮੈਂ ਕਰੈਕਟਰ ਕਰ ਰਹੀ ਹਾਂ। ਉਹ ਵੀ ਤੁਸੀਂ ਦੇਖੋਗੇ, ਉਹਦਾ ਸਬਜੈਕਟ ਹੀ ਬਹੁਤ ਅੱਛਾ, ਉਹਦਾ ਨਾਮ ਵੀ ਬਹੁਤ ਅੱਛਾ ਹੈ। ਮੈਂ ਤੁਹਾਨੂੰ ਬਾਅਦ ਚ ਦੱਸਾਂਗੀ। ਤੇ ਕਿੰਦਰ ਸਰ ਦੇ ਨਾਲ ਮੈਂ ਹੋਰ ਵੀ ਪ੍ਰੋਜੈਕਟ ਕਰ ਰਹੀ ਹਾਂ। ਦੇਵੀ ਬਹੁਤ ਵਧੀਆ। ਐਂਡ ਅਸੀਂ ਤੁਹਾਡੇ ਆਉਣ ਵਾਲੇ ਸਾਰੇ ਪ੍ਰੋਜੈਕਟਸ ਵਾਸਤੇ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਤੇ ਅਗਰ ਆਪਾਂ ਇੰਡਸਟਰੀ ਦੀ ਗੱਲ ਕਰੀਏ, ਮੇਰਾ ਇੱਕ ਇਹ ਵੀ ਜ਼ਰੂਰ ਕੁਐਸਚਨ ਹੈ ਤੁਹਾਡੇ ਤੋਂ, ਤੁਹਾਡੇ ਐਕਸਪੀਰੀਅੰਸ ਦੇ ਨਾਲ, ਕਿ ਇੰਡਸਟਰੀ ਇਸ ਟਾਈਮ ਕਿੱਧਰ ਨੂੰ ਜਾ ਰਹੀ ਹੈ? ਬਿਕੋਜ਼ ਕੋਵਿਡ ਦੇ ਕਰਕੇ ਕਾਫੀ ਇੰਪੈਕਟ ਪਿਆ ਹੈ, ਤੇ ਹੁਣ ਕੀ ਇੰਡਸਟਰੀ ਵਾਪਸ ਆ ਰਹੀ ਹੈ, ਤੇ ਕੋਵਿਡ ਦਾ ਕੀ ਇੰਪੈਕਟ ਪਿਆ ਇੰਡਸਟਰੀ ਦੇ ਉੱਤੇ? ਕੋਵਿਡ ਕਰਕੇ ਐਕਚੁਅਲੀ ਤੇ ਸਾਰੀ ਦੁਨੀਆ ਵਿੱਚ ਹੀ ਇੱਕਦਮ ਆਤਮ ਜਿਹਾ ਛਾ ਗਿਆ ਸੀ। ਸਭ ਆਪਣੇ ਆਪਣੇ ਘਰਾਂ 'ਚ ਬੈਠ ਗਏ ਸੀ ਉਸ ਟਾਈਮ। ਬਹੁਤ ਲੋਕਾਂ ਨੇ ਇਸ ਦੌਰਾਨ ਬਹੁਤ ਲੋਕ ਆਪਸ 'ਚ ਜੁੜੇ, ਬਹੁਤ ਲੋਕ ਟੁੱਟੇ, ਬਹੁਤ ਲੋਕ ਇੰਡਸਟਰੀ ਤੋਂ ਘਰ ਚਲੇ ਗਏ, ਬਹੁਤ ਲੋਕ ਇੰਡਸਟਰੀ 'ਚੋਂ बेचारे ऊपर चले गए। मतलब बहुत बैड ही एक्सपीरियंस ज्यादा होए। एक्चुअली गुड ते नहीं सी, क्योंकि कहीं ना कहीं किते ना किते ਆਪਾਂ ਨੂੰ ਕੁਛ ਨਾ ਕੁਛ ਏਦਾਂ ਸੁਣਦਾ ਰਹਿੰਦਾ ਸੀ। ਔਰ ਇੰਡਸਟਰੀ ਦਾ ਇਹ ਸੀ ਕਿ ਮੈਂ ਜਿਹੜਾ ਪੈਸੇ ਵੀ ਮੈਂ ਬਲਾਈਤੀ ਭਾਬੀ ਕਰ ਰਹੀ ਸੀ, ਕਾਫੀ ਟਾਈਮ ਮੈਂ ਉਹ ਕਰਦੀ ਰਹੀ, ਅਸੀਂ ਕਰਦੇ ਰਹੇ। ਥੋੜੇ ਲੋਕਾਂ ਨਾਲ ਕਰੀਦਾ ਸੀ, 25 ਲੋਕ ਮੇਕਅਪ ਦਾਦਾ, ਕੈਮਰਾਮੈਨ, ਉਨਕੇ ਸਾਥ ਇੱਕ ਉਹਨਾਂ ਦੇ ਨਾਲ ਇੱਕ ਮਤਲਬ 5 ਆਰਟਿਸਟ। ਉਹ ਅਸੀਂ ਕੰਟੀਨਿਊ ਰੱਖਿਆ ਸੀ ਉਹ ਵਾਲਾ ਸ਼ੋ, ਥੋੜਾ ਕਾਫੀ ਵਿੱਚ। ਔਰ ਮੈਂ ਉਦੋਂ ਪੰਜਾਬ 'ਚ ਸੀ। ਉਸ ਤੋਂ ਬਾਅਦ ਮੈਂ ਮੁੰਬਈ 'ਚ ਆਈ। ਮਤਲਬ ਸੈੱਟ ਤੇ ਵੀ ਬਹੁਤ ਜ਼ਿਆਦਾ ਪ੍ਰੀਕਾਸ਼ਨ ਲਿੱਤੀ ਜਾਂਦੀ ਹੈ। ਸੈਨੀਟਾਈਜ਼ਰ ਰੱਖਿਆ ਜਾਂਦਾ, ਮਾਸਕ ਰੱਖੇ ਜਾਂਦੇ ਨੇ, ਧਿਆਨ ਰੱਖਿਆ ਜਾਂਦਾ, ਚੈੱਕ ਕੀਤਾ ਜਾਂਦਾ ਤੁਹਾਡਾ, ਹੈ ਨਾ। ਔਰ ਕੋਵਿਡ ਟੈਸਟ ਵੀ ਹੁੰਦਾ ਰਿਹਾ ਪਿੱਛੇ। ਔਰ ਉਸ ਤੋਂ ਬਾਅਦ ਹੁਣ 2 ਡੋਜ਼ ਜਿਹੜੇ ਹੈਗੇ ਉਹਨਾਂ ਨੇ ਸਭ ਨੇ, ਜਿਨ੍ਹਾਂ ਨੂੰ ਲੈ ਲਈ ਉਹਨਾਂ ਵਾਸਤੇ ਹੁਣ ਕੰਫਰਟੇਬਲ ਹੈ। ਔਰ ਬਹੁਤ ਧਿਆਨ ਰੱਖਿਆ ਜਾ ਰਿਹਾ ਸੀ, ਕਿਉਂਕਿ ਇੱਕ ਬਹੁਤ ਬਿਮਾਰੀ ਤੋਂ, ਮਤਲਬ ਇੱਕ ਏਦਾਂ ਦੀ ਬਿਮਾਰੀ ਤੋਂ ਆਪਾਂ ਉੱਭਰ ਕੇ ਬਾਹਰ ਆਏ ਆ, ਤੇ ਇਸ ਕਰਕੇ ਸਭ ਧਿਆਨ ਰੱਖਦੇ ਨੇ। ਹੁਣ ਸਾਰੇ ਜ਼ਿਆਦਾ ਕੌਨਸ਼ੀਅਸ ਹੋ ਗਏ ਨੇ ਕਿ ਨਹੀਂ, ਮਾਸਕ ਪਾ ਕੇ ਰੱਖੀਦਾ ਸੈੱਟ ਤੇ। ਹਰੇ ਸਾਡੇ ਮੁੰਬਈ ਵਿੱਚ ਹਲੇ ਵੀ ਅਸੀਂ ਇੱਥੇ ਮਾਸਕ ਪਾ ਕੇ ਬਾਹਰ ਨਿਕਲੀਦਾ। ਪੰਜਾਬ ਵਾਲੇ ਮਤਲਬ ਹਲੇ ਮਾਸਕ ਮੁਸਕ ਉਹਨਾਂ ਨੇ ਛੱਡ ਦਿੱਤੇ ਸਾਰੇ, ਕਿਉਂਕਿ ਫੋਨ ਆਉਂਦੇ ਰਹਿੰਦੇ ਨਾ ਮੈਨੂੰ ਪੰਜਾਬ ਤੋਂ। ਤੇ ਬੰਬੇ ਹਲੇ ਵੀ ਪ੍ਰੀਕਾਸ਼ਨ ਕਾਫੀ ਲੈ ਰਿਹਾ ਹੈ ਕਿ ਮਾਸਕ ਤੋਂ ਬਿਨਾਂ ਹਲੇ ਵੀ ਫਾਈਨ ਹੈ ਤੁਹਾਨੂੰ। ਨੇ ਇਹ ਚੀਜ਼ਾਂ ਤਾਂ ਨਾਰਮਲ, ਆਪਣੀ ਸੇਫਟੀ ਪਹਿਲੋਂ ਹੈ। ਤੇ ਲੇਕਿਨ ਇੰਡਸਟਰੀ ਨੂੰ ਵੀ ਕਾਫੀ ਸਾਰਾ ਫਰਕ ਪਿਆ ਹੈ ਕਿ ਕਈ ਚੀਜ਼ਾਂ ਪਹਿਲੋਂ ਕਿੱਦਾਂ ਖੁੱਲ੍ਹ ਕੇ ਅੱਗੇ ਹੋ ਰਹੀਆਂ ਸੀਗੀਆਂ, ਤੇ ਹੁਣ ਦੁਬਾਰਾ ਰੀਸਟਰਕਚਰ ਹੋ ਕੇ ਸਾਰਾ ਕੁਝ ਫੇਰ ਦੁਬਾਰਾ ਆ ਰਿਹਾ ਹੈ ਕਰਦੇ ਹੋਏ। ਤੇ ਕਈ ਚੀਜ਼ਾਂ ਹੁਣ OTT ਪਲੈਟਫਾਰਮਸ ਖੁੱਲ੍ਹ ਗਏ ਨੇ। ਪਹਿਲੋਂ ਥੀਏਟਰ ਦਾ ਜ਼ਮਾਨਾ ਸਭ ਤੋਂ ਜ਼ਿਆਦਾ ਸੋਲਿਡ ਸੀ। ਤੇ ਆਪਾਂ ਗੱਲ ਕਰਦੇ ਹੈਗੇ ਕਿ ਤੁਸੀਂ ਕਾਫੀ ਸੀਰੀਅਸ ਦੇ ਵਿੱਚ ਮਾਂ ਦਾ ਰੋਲ ਕੀਤਾ ਹੈ, ਤੁਸੀਂ ਕਾਫੀ ਸੀਰੀਅਸ ਦੇ ਵਿੱਚ ਅਲੱਗ-ਅਲੱਗ ਕਰੈਕਟਰਸ ਕੀਤੇ ਨੇ। ਤੁਹਾਡਾ ਕਿਹੜਾ ਫੇਵਰਟ ਹੈ? ਤੁਹਾਨੂੰ ਕਿਹੜਾ ਦਿਲ ਦੇ ਕਰੀਬ ਹੈ? ਐਕਚੁਅਲੀ ਮੈਂ ਤੇ ਜਿਹੜਾ ਵੀ ਰੋਲ ਕਰਦੀ ਆ, ਮੈਂ ਆਪਣੇ ਦਿਲ ਨੂੰ ਟੱਚ ਕਰਕੇ ਹੀ ਕਰਦੀ ਆ, ਕਿਉਂਕਿ ਜਿੰਨਾ ਤੁਸੀਂ ਫੀਲ ਕਰੋਗੇ, ਜਿੰਨਾ ਤੁਸੀਂ ਉਸ ਰੋਲ ਦੇ ਵਿੱਚ ਖੁੱਭ ਜਾਓਗੇ, ਤੁਸੀਂ ਉਨਾ ਇੰਜੋਏ ਕਰੋਗੇ। ਮੇਰੇ ਤੇ ਸਾਰੇ ਰੋਲ ਹੀ ਬਹੁਤ ਫੇਵਰਟ ਨੇ, ਪਰ ਮੈਂ ਜਮਾਈ ਰਾਜਾ 'ਚ ਇੱਕ ਦਾਦੀ ਦਾ ਰੋਲ, ਅਸੀਂ ਦਾਦੀ, ਉਹ ਵੀ ਮਤਲਬ ਮੈਂ ਦਾਦੀ, ਮਤਲਬ ਉਹ ਨਹੀਂ ਵਾਈਟ ਵਾਲ ਲਗਾ ਕੇ ਸਾੜੀ ਬਣ ਕੇ, ਮਤਲਬ ਇੱਕ ਹੁੰਦਾ ਨਾ ਜਿੱਦਾਂ ਪੁੱਤਰ ਬੇਟਾ, ਉਹ ਉਦਾਂ ਦਾ ਕੋਈ ਮੇਰੇ ਦਾਦੀ ਨਹੀਂ। ਮੇਰੀ ਦਾਦੀ ਜੋ ਵੀ ਮੈਂ ਬਣੀ, ਟਸ਼ਨ ਵਾਲੀ ਦਾਦੀ। ਔਰ ਉਹ ਵੀ ਜਮਾਈ ਐਕਸ਼ਨ ਵਾਲੀ ਰਾਜਾ, ਦਾਦੀ। ਟਸ਼ਨ ਵਾਲੀ ਦਾਦੀ। ਹਾਂ, ਮਤਲਬ ਉਹ ਕਿਆ ਦਾਦੀ ਬਾਤ ਦਾਦੀ ਹੀ ਬੋਲਦੀ ਹੈ, ਦੂਸਰਾ ਕੋਈ ਨਹੀਂ ਬੋਲ ਸਕਦਾ ਘਰ ਵਿੱਚ। ਉਹਦੀ ਜਦੋਂ ਓਕੇ। ਉਹਦੀ ਜਦੋਂ ਐਂਟਰੀ ਹੋਈ, ਉਹਨੇ ਸਾਰਿਆਂ ਨੂੰ ਚੁੱਪ ਕਰਾਤਾ ਕਿ ਮੈਂ ਆ ਗਈ ਹਾਂ। ਹੁਣ ਮੈਂ ਜਿਹੜੇ ਰਹਿੰਦੇ ਹੋਏ ਫੰਕਸ਼ਨ ਸਾਰੇ ਕੰਪਲੀਟ ਕਰਵਾਣੇ ਨੇ, ਮੈਂ ਸਾਰੇ ਕੰਮ ਕਰਵਾਣੇ, ਇਹਦੇ ਵਿੱਚ ਕੋਈ ਨਾ ਬੋਲੇ। ਇੱਕ ਦਾਮਾਦ ਘਰ ਜਵਾਈ ਬਣ ਕੇ ਬੈਠਾ ਹੁੰਦਾ, ਮੇਰੀ ਪੋਤੀ ਦਾ ਹਸਬੈਂਡ, ਕਈ ਵਾਰੀ ਉਹਨੂੰ ਬੋਲ ਦਿੰਦੀ ਹੈ, ਜਾ ਪੁੱਤਰ ਤੂੰ ਵੀ ਜਾ ਨਾ ਕਹੀਂ। ਉਹ ਹਿੰਦੀ ਔਰ ਮਰਾਠੀ, ਮਤਲਬ ਹਿੰਦੀ ਔਰ ਪੰਜਾਬੀ ਮਿਕਸ था। ਜਾ ਪੁੱਤਰ ਕਦੋਂ ਤੱਕ ਘਰ ਜਵਾਈ ਬਣ ਕੇ ਬੈਠਾ ਰਹੇਗਾ? ਸ਼ਰਮ ਵੀ ਆਣੀ ਚਾਹੀਦੀ ਥੋੜੀ ਜਿਹੀ ਬੰਦੇ ਨੂੰ, ਔਰ ਕੰਮ ਕੁਮ ਵੀ ਕਰ ਲਿਆ ਕਰੋ। ਇਹ ਨਹੀਂ ਕਿ ਤੁਸੀਂ ਬੈਠੇ ਰਹੋ ਘਰ ਦੇ ਵੇਲੇ ਹੋ, ਤੁਸੀਂ ਮਤਲਬ ਇਸ ਤਰੀਕੇ ਸੇ ਸਾਰਿਆਂ ਨੂੰ ਗੱਲਾਂ ਸੁਣਾਉਂਦੀ ਵੀ ਰਹਿੰਦੀ ਹੈ।
ਘਰ ਦੇ ਕੰਮ ਵੀ ਸਾਰੇ ਕਰਾਂਦੀ, ਕਿਸੇ ਨੂੰ ਬੋਲਣ ਵੀ ਨਹੀਂ ਦਿੰਦੀ ਉਹ। ਤੁਸੀਂ ਜਦ ਜਲੰਧਰ ਤੋਂ ਤੁਸੀਂ ਜਦ ਜਲੰਧਰ ਦੇ ਵਿੱਚ ਕਾਫੀ ਸਾਰੀ ਬਚਪਨ ਦੇ ਵਿੱਚ ਸ਼ੂਟਿੰਗਾਂ ਦੇਖੀਆਂ, ਟੈਕਨੋਲੋਜੀ ਦੀ ਗੱਲ ਕਰਦੇ ਹਾਂ ਕਿ ਉਸ ਟਾਈਮ ਤੇ ਇਸ ਟਾਈਮ ਦੇ ਵਿੱਚ ਕੀ ਫਰਕ ਹੈ, ਤੇ ਤੁਸੀਂ ਜਦ ਜਲੰਧਰ ਤੋਂ ਬੰਬੇ ਵੱਲ ਆਏ ਤੇ ਫਸਟ ਟਾਈਮ, ਤੇ ਤੁਹਾਡਾ ਕਿੱਦਾਂ ਦਾ, ਤੁਹਾਨੂੰ ਕਿਸ ਤਰੀਕੇ ਨਾਲ ਜਲੰਧਰ ਤੋਂ ਬੰਬੇ ਵੱਲ ਮੁੜੇ? ਹਾਂ, ਜਲੰਧਰ ਔਰ ਮੁੰਬਈ ਚ ਫਰਕ ਤੁਸੀਂ ਪੁੱਛ ਰਹੇ ਹੋ ਨਾ, ਮਤਲਬ ਉਹ ਸਫ਼ਰ ਦਾ। ਐਕਚੁਅਲੀ ਤੁਹਾਡੀ ਸਭ ਹਾਂਜੀ ਜੀ, ਐਕਚੁਅਲੀ ਜਦੋਂ ਮੈਂ ਪੰਜਾਬ ਚ ਕੰਮ ਕਰ ਰਹੀ ਸੀ ਨਾ, ਪੰਜਾਬ ਵਿੱਚ ਆਪਣਾ ਇੱਕ ਛੋਟਾ ਸ਼ਹਿਰ ਹੈਗਾ ਨਾ, ਉਹਦੇ ਚ ਆਪਾਂ ਸਾਰਿਆਂ ਨੂੰ ਇੱਕ ਦੂਸਰੇ ਨੂੰ ਜਾਣਦੇ ਆ, ਸਾਨੂੰ ਕੁਝ ਆਪਣੀ ਇੰਟਰੋ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਸਾਰਿਆਂ ਨੂੰ ਪਤਾ ਸੀ ਇਹ ਸੁਸ਼ਮਾ ਵਰਮਾ ਹੈ ਕਿ ਇਹਨੂੰ ਆਰਟਿਸਟ ਨੂੰ ਕਾਸਟ ਕਰ ਲਓ। ਚਲੋ, ਜ਼ਿਆਦਾ ਦੂਰਦਰਸ਼ਨ ਸੀ ਆਪਣਾ ਤੇ ਉਸ ਟਾਈਮ ਤਾਂ ਥੀਏਟਰ ਸੀ। ਮੈਂ ਬਾਬਾ ਜੀ ਦੇ ਨਾਲ ਥੀਏਟਰ ਵੀ ਬਹੁਤ ਕੀਤਾ, ਦੂਰਦਰਸ਼ਨ ਤੇ ਸਾਰੇ ਡਾਇਰੈਕਟਰਸ ਦੇ ਨਾਲ ਮੈਂ ਕੰਮ ਕੀਤਾ, ਔਰ ਸਾਰਿਆਂ ਦੀ ਮੈਂ ਫੇਵਰੇਟ ਸੀ। ਔਰ ਕਈ ਵਾਰੀ ਏਦਾਂ ਦੇ ਕੰਮ ਆ ਜਾਂਦੇ, ਜੈਲਸੀ ਤੁਹਾਨੂੰ ਪਤਾ ਹਰ ਜਗ੍ਹਾ ਤੇ, ਉਹ ਕੋਈ ਵੀ ਜਗ੍ਹਾ ਹੋਏ, ਆਰਟਿਸਟ ਦੇ ਨਾਲ ਥੋੜੀ ਜਿਹੀ ਜੈਲਸੀ ਵੀ ਕਰਨ ਲੱਗ ਪੈਂਦੀ, ਇਹ ਇੰਨਾ ਕੰਮ ਕਰ ਰਹੀ ਹੈ, ਸਾਨੂੰ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਦੂਰਦਰਸ਼ਨ ਦਾ ਹੀ ਇੱਕ ਕਹਾਵਤ ਜੀ ਹੈ ਕਿ ਤੁਹਾਨੂੰ ਦੇਣੀ ਹੈ ਮੈਂ। ਉਹ ਇੱਕ ਆਰਟਿਸਟ ਸੀ, ਕਿਉਂਕਿ ਮੇਰਾ ਹਰ ਹਫਤੇ ਸੀਰੀਅਲ ਚੱਲਦਾ ਸੀ, ਇੱਕ ਦਾ ਖਤਮ ਹੁੰਦਾ ਸੀ ਦੂਸਰੇ ਦਾ ਨਾਲ ਸ਼ੁਰੂ ਹੋ ਜਾਂਦਾ ਸੀ, ਪਲੱਸ ਮੇਰਾ ਰੇਡੀਓ ਸਟੇਸ਼ਨ ਤੇ ਚੱਲਦਾ ਰਹਿੰਦਾ ਸੀ, ਪਲੱਸ ਮੈਂ ਡਾਂਸ ਦਾ ਮੇਰਾ ਸਬਜੈਕਟ ਸੀ, ਮੈਂ ਐਮਏ ਕੀਤੀ ਏਪੀਜੇ ਕਾਲਜ ਆਫ ਫਾਈਨ ਆਰਟਸ ਤੋਂ, तो ਉਹ ਮੇਰਾ ਚੱਲਦਾ ਰਹਿੰਦਾ ਸੀ। ਪਲੱਸ ਮੈਂ ਉਹਨਾਂ ਦੇ ਕਾਲਜ ਵਿੱਚ ਮੈਂ 2 ਘੰਟੇ ਵਾਸਤੇ ਡਾਂਸ ਵੀ ਸਿਖਾਉਂਦੀ ਜਾਂਦੀ ਸੀ। ਸਿਖਾਉਣ ਉਹਨਾਂ ਦੇ 2 ਸਕੂਲ ਸੀ, ਰਵਿੰਦਰਾ ਡੇ ਬੋਰਡਿੰਗ ਔਰ ਪਬਲਿਕ, ਇਹਦਾ 2 ਸਕੂਲਾਂ ਵਿੱਚ ਘੰਟਾ ਮੈਂ ਡਾਂਸ ਸਿਖਾਉਣ ਵੀ ਜਾਂਦੀ ਸੀ। ਤੇ ਇੰਨਾ ਮੈਂ ਵੰਡੀ ਰਹਿੰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਔਰ ਬਹੁਤ ਕਾਫੀ ਕੰਮ ਕੀਤਾ ਉੱਥੇ, ਬਹੁਤ ਜ਼ਿਆਦਾ ਕੰਮ ਕੀਤਾ ਮੈਂ ਉੱਥੇ। ਫਰਕ ਇੰਨਾ ਸੀ ਕਿ ਆਪਣਾ ਸ਼ਹਿਰ ਸੀ, ਕਿਸੇ ਚੀਜ਼ ਦਾ ਡਰ ਨਹੀਂ, ਆਪਣੀਆਂ ਚੀਜ਼ਾਂ ਪ੍ਰੋਵਾਈਡ ਹੁੰਦੀਆਂ ਸੀ, ਸਾਰਾ ਕੁਝ ਸੀ। ਤੇ ਉਸ ਤੋਂ ਬਾਅਦ ਮੈਂ ਜਦੋਂ ਬਹੁਤ ਜ਼ਿਆਦਾ ਉੱਥੇ ਕੰਮ ਕਰ ਲਿਆ, ਪਰ ਫਿਰ ਆਪਾਂ ਨੂੰ ਇੱਕ ਟਾਈਮ ਆਉਂਦਾ ਜਦੋਂ ਸਾਨੂੰ ਲੱਗਦਾ ਕਿ ਅਸੀਂ ਨਾ ਵੱਡੇ ਸ਼ਹਿਰ 'ਚ ਜਾ ਕੇ ਕੰਮ ਕੀਤਾ ਜਾਏ। ਹੁਣ ਇੱਥੇ ਬਹੁਤ ਕਰ ਨੈਕਸਟ ਲੈਵਲ ਕੀ ਹੈ? ਹਾਂ, ਨੈਕਸਟ ਲੈਵਲ, ਹਾਂ, ਇੱਥੇ ਬਹੁਤ ਹੋ ਗਿਆ, ਹੁਣ ਸਭ ਹੋ ਗਿਆ, ਹੁਣ ਅਸੀਂ ਉੱਥੇ ਜਾਈਏ ਅੱਗੇ, ਕਿਉਂਕਿ ਉਸ ਤੋਂ ਇੱਕ ਨੈਕਸਟ ਲੈਵਲ और भी ਆਂਦਾ, ਜਦੋਂ ਮਾਂ-ਬਾਪ ਕਹਿੰਦੇ ਸ਼ਾਦੀ ਕਰ ਲਓ, ਸ਼ਾਦੀ ਕਰ ਲਓ, ਤਾਂ ਉਸ ਤੋਂ ਪਹਿਲਾਂ ਅਸੀਂ ਜੋ ਕਰ ਪਾਈਏ ਕਰ ਲਈਏ, ਕੱਲ ਦਾ ਕੁਝ ਪਤਾ ਨਹੀਂ ਹੁੰਦਾ। ਸੁਸ਼ਮਾ ਵਰਮਾ ਤੋਂ ਸੁਸ਼ਮਾ ਪ੍ਰਸਾਦ, ਹਾਂਜੀ, ਤੇ ਉਹ ਫਿਰ ਮੈਂ ਉਸ ਤੋਂ ਜਦੋਂ ਮੈਂ ਬੰਬੇ ਵੱਲ ਆਈ ਤੇ ਉੱਥੇ ਦੇ ਰਸਤੇ 'ਚ ਆਉਣ ਲੱਗਿਆ ਇੱਥੇ, ਫਿਰ ਮੈਂ ਆਂਦੇ ਮੇਰੀ ਇੱਕ ਕੋਸ਼ਿਸ਼ ਸੀ, ਮੈਂ ਵੱਡੇ ਪ੍ਰੋਡਕਸ਼ਨ ਹਾਊਸ ਦੇ ਨਾਲ ਮਿਲਾਂ। ਮੈਂ ਸਭ ਤੋਂ ਪਹਿਲਾਂ BR ਸਰ ਦੇ ਆਫਿਸ ਗਈ, ਕੁਝ ਮੈਂ ਥੋੜੇ ਕਲਿੱਪਸ ਬਣਵਾ ਕੇ ਲਿਆਈ ਹੋਈ ਸੀ ਆਪਣੀ, ਪਹਿਲਾਂ ਰੀਲ ਹੁੰਦੀ ਸੀ ਨਾ ਇੱਕ, तो ਉਹਨਾਂ ਹਾਂ ਉਹ ਮੈਂ ਬਣਾ ਕੇ ਲਿਆਈ ਸੀ ਛੋਟੇ ਉਸਮੇ, ਉਹਦੇ 'ਚ ਕਿੰਨਾ ਕੁਝ ਸੀ ਵੈਰਾਈਟੀ। ਮੈਂ ਆ ਕੇ ਸਿੱਧੀ BR ਚੋਪੜਾ ਸਰ ਨੂੰ ਮਿਲੀ, ਉਦੋਂ ਸਰ ਹੈਗੇ ਸੀ, ਤੇ ਉਦੋਂ ਉਹਨਾਂ ਦੀ ਕੱਲ ਕੀ ਆਵਾਜ਼ ਫਿਲਮ ਬਣ ਰਹੀ ਸੀ। ਉਹਨਾਂ ਨੇ ਮੈंने ਕਿਹਾ ਮੈਂ ਪੰਜਾਬ ਤੋਂ ਆਈ ਇੱਕ ਆਰਟਿਸਟ, ਕਿਉਂਕਿ ਉਹ ਵੀ ਪੰਜਾਬ ਦੇ ਨੇ, ਪੰਜਾਬ ਵਾਲਿਆਂ ਨੂੰ ਵੀ ਉਹ ਪ੍ਰੈਫਰੈਂਸ ਦਿੰਦੇ ਸੀ। उन्होंने सीधा मनु अंदर बुला लिया उन्होंने, और उस तो बाद मैंने कहा सर ये सीढ़ी है, तो आप अगर देख सकते हैं तो देख लीजिए, मुझे आपके साथ काम करना है। तो उन्होंने सीढ़ी देखी मेरी उस टाइम, और उन्होंने कहा कि मेरी फिल्म तो हुण कंप्लीट हो चुकी, मेरा एक सीन बचा हुआ है, इफ यू इंटरेस्टेड। मैंने कहा सर मैं एक सीन की 2 डायलॉग भी होंगे ना, मैं तुहाडे नाल काम करना, क्योंकि जदों असीं नवें जाने आ, सानू असीं थोड़ा ही करके अपनी काबलियत दिखा सकते हैं ना, एकदम असीं कहिए कि सानू मेन रोल ही मिल जाए, जितना आजकल टशन चल रहा, वो नहीं पॉसिबल। और दूसरे दिन मेरी शूटिंग की धर्म जी के साथ, राज बब्बर, अमृता सिंह, बड़ी वड्डी कास्ट, और पल झपकते मैं धर्मजीत की बाजू में, मतलब उन्होंने हत्था अद्धा कि बैंक रॉबरी का सीन सी, मेन जो करैक्टर सी ना ओदा मैनूं उन्होंने दिता, सीन मेरा सी, मेरे सीन च आके मैनूं सारियां ने हत्थां ते चुक लिया दिता, ते और उठाया भी सर ने मैनूं, मैं बेहोश हो जाती हूं उन्होंने धर्म जी दी बावां च। उस तो बाद काफी अच्छा सी वो वाला सीन, वो काम किया। उस तो बाद मैं उन्हां दे नाल उन्हां दे काफी प्रोजेक्ट च काम किया, उन्हां दे सीरीयल भी शुरू हो गए सी, ते मैं उन्हां दे सीरीयल विच भी काफी काम किया। और इदां ही करते करते मैं फिर सागर आर्ट्स वालियां नूं मिली, फिर मैं RK वालियां नूं मिली। सर मेरी आवाज आ रही तुहानूं? हाँ जी हाँ जी हाँ जी हाँ जी। हाँ, फिर मैं सागर आर्ट्स वालियां नूं मिली, फिर मैं BR वालियां नूं मिली, फिर मैं CID वालियां दे जो मतलब हैगे सी उन्हां दे नाल मिली। कई डायरेक्टर्स मैनूं इदां दे मिले जिद्दां नारियल हुंदा ना, नारियल अंदरों सॉफ्ट और उपरों कड़क, है ना, और ज्यादा सीखण दा मौका उन्हां दे कोलों मिलदा जेड़े अंदरों सॉफ्ट होण और बाहरों मतलब ये होण, ते बाहरों मतलब क्योंकि उन्हां दे अंदर कुछ नहीं हुंदा, उन्होंने जो कहना सामने कह देना,
ਤੇ ਉਹ ਜ਼ਰਾ ਜ਼ਿਆਦਾ ਆਪਾਂ ਕੌਨਸ਼ੀਅਸ ਹੋ ਕੇ ਕੰਮ ਕਰੀਦਾ ਔਰ ਜ਼ਿਆਦਾ ਮਿਹਨਤ ਵੀ ਕਰੀਦੀ ਹੈ। ਜਿੱਦਾਂ ਸਰਦਾਰਜੀਤ ਬਾਵਾ ਜੀ, ਜਦੋਂ ਅਸੀਂ ਟਾਈਮਿੰਗ ਦੀ ਪੰਕਚੁਅਲਿਟੀ ਮੈਨੂੰ ਕਿੱਥੋਂ ਸਿੱਖਣ ਮਿਲੀ। ਬਾਵਾ ਜੀ ਨੇ 7 ਵਜੇ ਦਾ ਜੀ ਟਾਈਮ ਦੇਣਾ ਤੇ ਪੌਣੇ 7 ਆ ਕੇ ਖੜੇ ਹੋ ਜਾਣਾ, ਤੇ ਜੀ ਅਸੀਂ ਕੀ ਸਾਨੂੰ ਡਾਂਟ ਪਏਗੀ, ਫਿਰ ਮੈਂ 6:30 ਆ ਕੇ ਖੜੇ ਹੋ ਜਾਣਾ, ਮਤਲਬ ਡਾਂਟ ਤੋਂ ਬਚਣ ਵਾਸਤੇ। ਫਿਰ ਏਦਾਂ ਹੀ ਹੁਣ ਆਦਤ ਪੈ ਗਈ ਟਾਈਮ ਦੀ ਪੰਕਚੁਅਲਿਟੀ। ਔਰ ਇੰਨਾ ਵੱਡੇ ਵੱਡੇ ਇੱਥੇ ਵੀ ਬੀਪੀ ਸਰ ਦੇ ਨਾਲ ਕੰਮ ਕੀਤਾ, ਸਾਗਰ ਆਰਟਸ ਵਿੱਚ ਵੀ ਮੋਤੀ ਸਾਗਰ ਦੇ ਨਾਲ ਸਰ ਦੇ ਨਾਲ ਕੰਮ ਕੀਤਾ, ਉਹਨਾਂ ਦੇ ਹਰ ਪ੍ਰੋਜੈਕਟ 'ਚ ਮੈਂ ਕੰਮ ਕੀਤਾ। ਬੜੌਦਾ ਸੀ, ਸ਼ੂਟਿੰਗ ਕਰਨ ਜੀ ਜਾਈਦਾ ਸੀ, ਆਰਕੇ ਵਾਲਿਆਂ ਦੇ ਨਾਲ ਕੀਤਾ, ਤੇ ਮੈਂ ਹਰ ਉਹਨਾਂ ਦੇ ਪ੍ਰੋਜੈਕਟ 'ਚ ਕੰਮ ਕੀਤਾ। ਉਹਨਾਂ ਦੀ ਇੱਕ ਫਿਲਮ ਸੀ, ਉਹ ਵੀ ਮੈਂ ਕੀਤੀ। ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਉਹਨਾਂ ਦੇ ਸੀਰੀਅਲ, ਉਹ ਵੀ ਮੈਂ ਕੀਤੇ। ਮਤਲਬ ਵੱਡੇ ਵੱਡੇ ਪ੍ਰੋਡਕਸ਼ਨ ਦੇ ਨਾਲ ਕੰਮ ਕਰਕੇ ਉਹਨਾਂ ਦੇ ਨਾਲ ਪੰਕਚੁਅਲਿਟੀ ਔਰ ਵੇ ਆਫ ਟਾਕਿੰਗ, ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ। ਤੁਸੀਂ ਕਿ ਛੋਟੀ ਛੋਟੀ ਚੀਜ਼ਾਂ 'ਚ ਵੀ ਸਿੱਖਦੇ ਹੋ। ਮੈਂ ਤੇ ਜੀ ਰਸਤੇ ਵਿੱਚ ਬਹੁਤ ਜਾਂਦੇ ਹੋਏ ਵਧੀਆ। ਲੋਕ ਜਿਹੜੇ ਹੁੰਦੇ, ਉਹਨਾਂ ਕੋ ਵੀ ਸਿੱਖ ਲੈਂਦੀ ਹਾਂ ਕਈ ਵਾਰੀ, ਕਿ ਸਾਨੂੰ ਕੱਲ ਨੂੰ ਏਦਾਂ ਦਾ ਰੋਲ ਕਰਨ ਦਾ ਮੌਕਾ ਮਿਲੇ ਤੇ ਅਸੀਂ ਇਹ ਚੀਜ਼ਾਂ ਡਾਲ ਸਕਦੇ, ਪਾ ਸਕਦੇ ਹਾਂ। ਬਹੁਤ ਹੀ ਵਧੀਆ, ਤੁਹਾਡੇ ਨਾਲ ਗੱਲ ਕਰਕੇ ਬੜਾ ਵੀ ਮਜ਼ਾ ਆ ਰਿਹਾ। ਤੇ ਤੁਸੀਂ ਅੱਜ ਦੀ ਕਿਹੜੀ ਜਨਰੇਸ਼ਨ ਹੈ, ਜਾਂ ਅੱਜ ਦੇ ਕਿਹੜੇ ਲੋਕੀ ਆਰਟਿਸਟ ਬਣਨਾ ਚਾਹੁੰਦੇ, ਜਾਂ ਇਸ ਲਾਈਨ ਦੇ ਵਿੱਚ ਕਿਹੜਾ ਸਟਰਗਲ ਹੈ, ਤੇ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਸਾਰਿਆਂ ਵਾਸਤੇ? ਮੇਰਾ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦੀ ਆ ਕਿ ਜੇ ਤੁਸੀਂ ਜਸਟ ਏ ਫਨ, ਜਦੋਂ ਕਿਸੇ ਕੋਲੋਂ ਸੁਣ ਲਈਦਾ ਨਾ ਜਸਟ ਏ ਫਨ, ਮੈਂ ਤਾਂ ਕੰਮ ਕਰ ਰਹੀ ਹਾਂ ਜਸਟ ਏ ਫਨ, ਮੈਨੂੰ ਬਹੁਤ ਉਸ ਵੇਲੇ ਮਨ ਨੂੰ ਦੁੱਖ ਹੁੰਦਾ ਕਿ ਜਸਟ ਫਨ ਵਾਸਤੇ ਕੰਮ ਨਾ ਕਰੋ। ਕਿਉਂਕਿ ਇਹ ਲਾਈਨ ਹੈ, ਤੁਸੀਂ ਅਗਰ ਚੁਣਨੀ ਹੈ ਤੇ ਉਹਨੂੰ ਬ੍ਰੇਕ ਨਾ ਕਰੋ ਵਿੱਚ ਪੂਰੀ ਮਿਹਨਤ ਸ਼ਿੱਦਤ ਦੇ ਨਾਲ ਤੁਸੀਂ ਕੰਮ ਕਰੋ, ਫਿਰ ਤੁਸੀਂ ਜ਼ਿੰਦਗੀ 'ਚ ਕਿਤੇ ਨਾ ਕਿਤੇ ਅੱਗੇ ਵਧੋਗੇ। ਨਹੀਂ ਤੇ ਜੇ ਤੁਸੀਂ ਜਸਟ ਏ ਫਨ ਕਰਕੇ, ਹੁਣ ਅਸੀਂ ਛੋਟੇ ਸੀ, ਛੋਟੇ ਤੋਂ ਲੈ ਕੇ ਅੱਜ ਤੱਕ ਕੰਮ ਕਰਦੇ ਰਹੇ ਹਾਂ। ਅੱਜ ਵੀ ਮੇਰੇ ਹੱਥ 'ਚ ਸਕ੍ਰਿਪਟ ਆਉਂਦੀ, ਮੈਂ ਪੂਰੀ ਸਕ੍ਰਿਪਟ ਪੜ੍ਹਦੀ ਹਾਂ ਪਹਿਲਾਂ, ਤਾਂ ਹੀ ਸਾਨੂੰ ਪਤਾ ਲੱਗਦਾ ਨਾ ਸੀਨ ਦੇ ਅੱਗੇ ਕੀ, ਸੀਨ ਦੇ ਪਿੱਛੇ ਕੀ ਮੂਡ ਹੈ, ਕਿਹਦੇ ਨਾਲ ਗੱਲ ਕਰ ਰਹੇ ਹੋ। ਅੱਜ ਕੱਲ ਮੈਂ ਦੇਖ ਰਹੀ ਹਾਂ, ਜਦੋਂ ਮੈਂ ਅੱਜ ਕੱਲ ਆਪਸ ਉੱਤੇ ਜਿਹੜੇ ਮੇਰੇ ਬੇਟੇ ਬੇਟੀਆਂ ਹੁੰਦੇ ਆ, ਸੌਰੀ ਹਾਂ ਮੈਂ ਸਭ ਨੂੰ ਬਹੁਤ ਪਿਆਰ ਕਰਦੀ ਹਾਂ ਬੱਚਿਆਂ ਨੂੰ, ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਜ਼ਰੂਰ ਕਿ ਤੁਸੀਂ ਜਦੋਂ ਸੈੱਟ ਤੇ ਆ ਜਾਓ, ਵੀਡੀਓ ਬਣਾਉਣਾ, ਟਿਕਟੌਕ ਬਣਾਣੇ, ਫਿਰ ਉਹਨਾਂ ਦੇ ਉੱਤੇ ਪਾਣਾ। ਅੱਜ ਕੱਲ ਉਹ ਕਹਿੰਦੇ ਪਤਾ ਨਹੀਂ ਉਹਦੇ ਤੋਂ ਕੀ ਪੈਸੇ ਮਿਲਦੇ, ਪਤਾ ਨਹੀਂ, ਉਹ ਉਧਰ ਵਾਲੇ ਜ਼ਿਆਦਾ ਉਹਨਾਂ ਦਾ ਝੁਕਾਵ ਰਹਿ ਜਾਂਦਾ, ਔਰ ਕੰਮ ਪ੍ਰਤੀ ਬਹੁਤ कम ਹੁੰਦਾ है। बस कितना सीन है इतना, कई बार सामने तो पूछ रहे थे मैडम मेरा एक ही डायलॉग है ना, अच्छा ये अरे एक डायलॉग, उसके आगे क्या हुआ, उसके पीछे क्या हुआ, वो किस मूड च है, उस ਵੇਲੇ ਕੀ ਸਿਚੁਏਸ਼ਨ ਹੈ, ਉਹ ਕਿਹਦੀ ਗੱਲ ਕਰ ਰਿਹਾ, ਕੋਈ ਮਰਿਆ ਹੈ ਕਿ ਕੋਈ ਜੰਮ ਪਿਆ, ਕਿ ਕਿਸੇ ਦੇ ਨਾਲ ਕੋਈ ਹਾਦਸਾ ਹੋ ਗਿਆ। ਮਤਲਬ ਤੁਸੀਂ ਪੁੱਛੋ, ਜੋ ਤੁਹਾਨੂੰ ਨਹੀਂ ਸਕ੍ਰਿਪਟ ਮਿਲੀ ਜਾਂ ਨਹੀਂ, ਤੁਸੀਂ ਪੜੋ ਉਹਨੂੰ ਬੈਠ ਕੇ, ਤੁਸੀਂ ਪੁੱਛੋ, ਡਾਇਰੈਕਟਰ ਕੋਲ ਜਾ ਕੇ ਪੁੱਛੋ, ਸਾਰੇ ਕੋਲ ਜਾ ਕੇ ਪੁੱਛੋ, ਏਡੀ ਆਂਦੇ ਉਹਨਾਂ ਕੋਲੋਂ ਪੁੱਛੋ, ਤੁਸੀਂ ਵਰਕ ਆਊਟ ਕਰੋ ਥੋੜਾ। ਉਹ ਵਰੁਣ ਜੀ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ ਜੋ ਅਸੀਂ ਆਪਣੇ ਟਾਈਮ 'ਚ ਝਿੜਕਾਂ ਵੀ ਖਾ ਕੇ, ਬਹੁਤ ਜ਼ਿਆਦਾ ਅਸੀਂ ਗਾਲਾਂ ਵੀ ਸੁਣ ਕੇ, ਉਹ ਗਾਲਾਂ ਸਾਡੇ ਵਾਸਤੇ ਘਿਓ ਦੀਆਂ ਨਾਲਾਂ ਸਾਬਤ ਹੋਈਆਂ। ਕਿ ਹੁਣ ਅਸੀਂ ਆ ਕੇ ਇੱਥੇ ਇੰਡਸਟਰੀ ਵਿੱਚ ਜਦੋਂ ਇੱਕ ਕਿਸੇ ਦੇ ਨਾਲ ਕੰਮ ਕਰੀਦਾ, ਜਾਂ ਫਸਟ ਟੇਕ ਦੇ ਦੀਦਾ, ਜਾਂ ਫੀਲਿੰਗ ਦੇ ਨਾਲ ਕਰੀਦਾ, ਕਈ ਵਾਰੀ ਰੋਣਾ ਹੀ ਆ ਜਾਂਦਾ, ਕਈ ਵਾਰੀ ਉਸ ਡਾਇਲੋਗ ਤੋਂ, ਕਈ ਵਾਰੀ ਬਹੁਤ ਖੁਸ਼ ਹੋਈ ਜਾਂਦਾ, ਤੇ ਕਾਮੇਡੀ ਜਾਂ ਕੋਈ ਵੀ ਕੰਮ ਕਰਕੇ ਬਹੁਤ ਮਜ਼ਾ ਆਉਂਦਾ, ਸਾਹਮਣੇ ਵਾਲੇ ਬਹੁਤ ਖੁਸ਼ ਹੁੰਦੇ। ਇਸ ਕਰਕੇ ਹਰ कैमरामैन, हर डायरेक्टर मेरी उन्होंने नाल बहुत अच्छे तरीके ਨਾਲ बनती, क्योंकि उनको ये लगता चलो जी अभी एनर्जी आ गई। बगलायती भाभी मैं कर रही सी, उत्थे भी सारे पंजाबी आर्टिस्ट सी, बच्चे वो सारे लगे रहते सी, कोई वहां टिकटॉक बना रहा, कोई वहां, किसी ने स्क्रिप्ट नहीं पढ़नी, किसी ने कुछ नहीं। आपा तैयार होके सैट ते जाना, अपनी पूरी स्क्रिप्ट पढ़नी, सीन देना। वो जब मैं सैट ते जाती सी, साडे इत्थे ते डायरेक्टर गए हुए सी, 2-4 इत्थे दी जेडे मैनूं जानदे भी सी, कहंदे अभी एनर्जी आ गई, अभी काम करते हैं, बड़ा मजा आएगा। मतलब इदा दे नाम रखे हुए उन्होंने मेरे। ਇਸ ਕਰਕੇ ਖੱਟੇ ਮਿੱਠੇ ਐਕਸਪੀਰੀਅੰਸ ਤੇ ਰਹਿੰਦੇ ਹਰ ਜਗ੍ਹਾ ਤੇ, ਪਰ ਬੱਚਿਆਂ ਨੂੰ ਅੱਜ ਕੱਲ ਥੋੜੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਇੰਨਾ ਆਸਾਨ ਨਹੀਂ ਹੈਗਾ ਜਿੰਨਾ ਕੁ। ਐਕਟਿੰਗ ਨੂੰ ਬਹੁਤ ਹਲਕੇ ਚ ਨਾ ਲਓ, ਕਿਉਂਕਿ ਐਕਟਿੰਗ ਅਸੀਂ ਆਮ ਲਾਈਫ 'ਚ ਜਿੱਦਾਂ ਬੋਲਦੇ ਹਾਂ ਐਕਟਿੰਗ ਹੋਈ ਹੈ, ਬਟ ਜੀ ਜਦੋਂ ਤੁਸੀਂ ਉਹਨੂੰ ਅੰਦਰੋਂ ਫੀਲ ਕਰਕੇ ਬੋਲਦੇ ਹੋ ਨਾ, ਤੁਸੀਂ ਹਿੱਲ ਜਾਂਦੇ ਹੋ ਉਸ ਵੇਲੇ। ਤੁਸੀਂ ਕੰਬਲ ਲੱਗ ਪੈਂਦੇ ਹੋ, ਤੁਹਾਡੇ ਮੂੰਹ ਚੋਂ, ਤੁਹਾਡੇ ਅੱਖਾਂ 'ਚ ਪਾਣੀ ਛੁੱਟਣ, ਕਈ ਵਾਰ ਤੁਸੀਂ ਗੱਲ ਕਰਦੇ ਕਰਦੇ ਤੁਹਾਡੇ ਮੂੰਹ ਚੋਂ ਵੀ ਪਾਣੀ ਨਿਕਲਣ ਲੱਗ ਪੈਂਦਾ, ਕਈ ਵਾਰੀ ਤੁਹਾਡੇ ਹੱਥ ਪੈਰ ਕੰਬਣ ਲੱਗ ਪੈਂਦੇ, ਤੁਸੀਂ ਬਹੁਤ ਜ਼ਿਆਦਾ ਉਸ ਵੇਲੇ ਟੁੱਟ ਜਾਂਦੇ ਹੋ, ਜਾਂ ਕਿਸੇ 'ਚ ਤੁਸੀਂ ਬਹੁਤ ਖੁਸ਼ ਹੁੰਦੇ ਹੋ। ਇਹ ਚੀਜ਼ਾਂ ਜਦੋਂ ਤੁਸੀਂ ਫੀਲ ਕਰਕੇ ਜਦੋਂ ਤੁਸੀਂ ਬੋਲਦੇ ਹੋ ਨਾ, ਉਹ ਐਕਟਿੰਗ ਹੈ। ਜੀ ਅੰਦਰੋਂ ਟੱਚ ਕਰਕੇ ਜਦੋਂ ਤੁਸੀਂ ਬੋਲਦੇ ਹੋ, ਉਹ ਐਕਟਿੰਗ ਹੈ। ਜਦੋਂ ਤੁਸੀਂ ਹਿੱਲ ਬਿਲਕੁਲ ਜਾਂਦੇ ਜੀ। ਹੋ, ਉਹ ਅੱਜ ਐਕਟਿੰਗ। ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਮਜ਼ਾ ਆ ਰਿਹਾ ਹੈ, ਕਿ ਤੁਹਾਡੀ ਲਾਈਫ ਦੀਆਂ ਕੁਝ ਖੱਟੀਆਂ ਮੱਠੀਆਂ ਗੱਲਾਂ ਤੇ ਇਹ ਸਾਰੀਆਂ ਚੀਜ਼ਾਂ, ਤੇ ਆਪਾਂ ਅੱਗੇ ਵੀ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਜੀ ਜਦ ਵੀ ਆਉਣਗੇ ਤਦ ਵੀ ਤੁਹਾਡੇ ਨਾਲ ਗੱਲਾਂ ਕਰਦੇ ਰਵਾਂਗੇ। ਤੇ ਅਸੀਂ ਇਸੀ ਦੇ ਨਾਲ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਹਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਵਾਸਤੇ, ਤੇ ਇੱਕ ਵਾਰੀ ਫੇਰ ਮੁਬਾਰਕਾਂ ਦਿੰਦੇ ਹਾਂ ਕਿਹੜੀ ਤੁਸੀਂ ਜਲੰਧਰ ਸ਼ਹਿਰ ਦਾ ਤੇ ਸਾਡੇ ਸਾਰਿਆਂ ਦਾ ਐਕਟਿੰਗ ਦੀ ਦੁਨੀਆ ਦੇ ਵਿੱਚ ਨਾਮ ਬਣਾਇਆ ਹੈ। ਤੇ ਅਸੀਂ ਸਪੈਸ਼ਲੀ ਫੋਰਨ ਕੰਟਰੀਆਂ 'ਚ ਬਹਿ ਕੇ ਇੰਡੀਅਨ ਲੈਂਗੁਏਜ ਦੇ ਜਦ ਪ੍ਰੋਗਰਾਮ ਦੇਖਦੇ ਹਾਂ
ਤਾਂ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਆਪਣੇ ਕਲਚਰ ਦੇ ਕਿਹੜੇ ਇੱਥੇ ਇਸੀ ਬਹਾਨੇ ਕਈ ਬੱਚੇ ਆਪਣੀ ਇੱਥੇ ਲੈਂਗੁਏਜ ਨੂੰ ਸਿੱਖਦੇ ਨੇ। ਤੇ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਕੇ ਤਾਂ ਹੋਰ ਵੀ ਮਜ਼ਾ ਆਇਆ, ਕਿਉਂਕਿ ਬੜੇ ਦਿਨਾਂ ਬਾਅਦ ਅੱਜ ਪੰਜਾਬੀ ਦੇ ਵਿੱਚ ਇੰਟਰਵਿਊ ਕਰਨ ਦਾ ਮੈਨੂੰ ਮੌਕਾ ਮਿਲਿਆ ਕਰਕੇ। ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ। ਐਂਡ ਇੱਕ ਵਾਰੀ ਫੇਰ ਮੈਂ ਤੁਹਾਨੂੰ ਤੇ ਦੇਵੀ ਜੀ ਨੂੰ ਕਿਹੜੇ ਆਉਣ ਵਾਲੇ ਪ੍ਰੋਜੈਕਟ ਵਾਸਤੇ ਬਹੁਤ ਬਹੁਤ ਧੰਨਵਾਦ ਕਰਾਂਗਾ ਤੇ ਕੰਗ੍ਰੈਚੁਲੇਟ ਕਰਾਂਗਾ। ਥੈਂਕ ਯੂ ਵਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਿ ਮੈਨੂੰ ਇੰਨਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਨੂੰ ਪੰਜਾਬੀ 'ਚ ਵੀ ਕੰਮ ਕਰਨ ਦਾ ਮੈਨੂੰ ਬੋਲਣ ਦਾ ਮੌਕਾ ਮਿਲਿਆ, ਕਿਉਂਕਿ ਇੱਥੇ ਬਹੁਤ ਘੱਟ ਮੌਕਾ ਮਿਲਦਾ, ਕਿਉਂਕਿ ਮੈਂ ਮਹਾਰਾਸ਼ਟਰੀਅਨ ਫੈਮਿਲੀ 'ਚ ਆ ਤੇ ਮੈਨੂੰ ਜ਼ਿਆਦਾ ਮੈਂ ਮਰਾਠੀ ਵੀ ਬੋਲਦੀ ਰਹਿੰਦੀ ਹਾਂ ਤੇ ਡਿਫਰੈਂਟ ਭਾਸ਼ਾ 'ਚ ਮੈਂ ਕੰਮ ਵੀ ਕੀਤਾ ਹੋਇਆ, ਉਹ ਤੇ ਚਲੋ ਆਰਟਿਸਟ ਕਰਦਾ ਹੀ ਹੈ, ਪਰ ਪੰਜਾਬੀ ਬੋਲਣ ਦਾ ਮੈਨੂੰ ਮੌਕਾ ਮਿਲਿਆ। ਔਰ ਯੂ ਆਰ ਸੱਚ ਏ ਗ੍ਰੇਟ ਪਰਸਨ, ਆਪ ਬਹੁਤ ਅੱਛੇ ਹੈ। ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਅਸੀਂ ਜਾਂਦੇ ਜਾਂਦੇ ਤੁਸੀਂ ਗੱਲ ਕੀਤੀ ਤਾਂ ਮੈਂ ਜਾਂਦੇ ਜਾਂਦੇ ਸੌਰੀ ਤੁਹਾਡੇ ਤੋਂ ਅਸੀਂ ਕੁਝ ਡਾਇਲੈਕਟ ਸੁਣਨਾ ਚਾਹਾਂਗੇ। ਜਿੱਦਾਂ ਤੁਸੀਂ ਕਿਹਾ ਤੁਸੀਂ ਅਲੱਗ-ਅਲੱਗ ਭਾਸ਼ਾ ਦੇ ਵਿੱਚ ਵੀ ਕੰਮ ਕੀਤਾ ਹੈ, ਹਿੰਦੀ 'ਚ ਵੀ ਕੀਤਾ ਹੈ, ਪੰਜਾਬੀ 'ਚ ਵੀ ਕੀਤਾ ਜਾਂ ਬਾਹਰ ਦੂਜੀਆਂ ਭਾਸ਼ਾ 'ਚ ਕੀਤਾ, ਤੇ ਜਾਂਦੇ ਜਾਂਦੇ ਪਲੀਜ਼ ਥੋੜਾ ਜਿਹਾ ਝਲਕ ਹੋ ਜਾਏ ਸਾਰੇ ਵਿਊਅਰਸ ਵਾਸਤੇ। ਪੰਜਾਬੀ 'ਚ, ਦੂਜੀ ਭਾਸ਼ਾ 'ਚ ਵੀ, ਹਿੰਦੀ 'ਚ ਵੀ, ਤਿੰਨੋਂ ਤਿੰਨੋਂ ਜੀ। ਤਿੰਨੋਂ 'ਚ ਅੱਛਾ, ਚਲੋ ਠੀਕ ਹੈ। ਪਹਿਲੇ ਪੰਜਾਬੀ 'ਚ ਉਹ ਜਿਹੜਾ ਮੈਂ ਅੱਜ ਕਰ ਰਹੀ ਸੀ ਨਾ ਹੁਣ ਬਲੈਤੀ ਭਾਬੀ, ਉਹਦੇ ਵਿੱਚ ਉਹ ਬਹੁਤ ਜ਼ਿਆਦਾ ਉਹਨੂੰ ਫੋਨ ਕਰਕੇ ਗੱਲਾਂ ਕਰਨ ਦੀ ਆਦਤ ਹੁੰਦੀ ਹੈ। ਜਿੱਦਾਂ ਉਹ ਫੋਨ ਕਰ ਰਹੀ ਹੈ, ਹੈਲੋ ਹੈਲੋ ਨੀ, ਹਾਏ ਹਾਏ ਬੇਵਕੂਫ ਜੀ, ਮੇਰਾ ਫੋਨ ਹੀ ਨਹੀਂ ਚੁੱਕਦੀ ਪਈ, ਫੋਨ ਚੁੱਕ ਮੇਰਾ। ਹਾਂ ਹਾਂ, ਕੀ ਹਾਲ ਚਾਲ ਹੈ? ਹਾਏ ਨੀ, ਮੈਂ ਵੀਡੀਓ 'ਚ ਕੰਮ ਕੀਤਾ, ਮੈਨੇ ਟਸ਼ਨ ਮਾਰੇ, ਮੈਂ ਇੰਨੀ ਸੋਹਣੀ ਲੱਗੀ ਹੈ। ਤੂੰ ਬੀਜੀ ਹੈ? ਨਹੀਂ ਨਹੀਂ ਨਹੀਂ, ਨਹੀਂ ਬੀਜੀ ਤੇ ਮੈਂ ਵੀ ਹੈਗੀ ਹਾਂ। ਸਾਰਾ ਦਿਨ ਬੱਚੇ ਮੈਨੂੰ ਬੀਜੀ 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 ਕਰਦੇ ਰਹਿੰਦੇ ਨੇ, ਹੈ ਮੈਂ ਵੀ ਤਾਂ ਬੀਜੀ ਹੋ ਗਈ ਨਾ, ਮੈਂ ਫਿਰ ਸਭ ਤੋਂ ਵਧੀਆ ਬੀਜੀ ਹੈ ਨਾ। ਮੇਰੀ ਗੱਲ ਸੁਣ ਤੂੰ, ਮਤਲਬ ਗੱਲ ਕੋਈ ਨਹੀਂ ਮੇਰੀ ਸੁਣਨਾ ਪਸੰਦ ਕਰਦਾ, ਪਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣਾ ਦੱਸਦੀ ਰਹਿੰਦੀ, ਪਕਾਉਂਦੀ ਰਹਿੰਦੀ ਆ। ਉਸ ਟਾਈਪ ਦਾ ਮੇਰਾ ਇੱਕ ਸੀ ਕਾਮੇਡੀ, ਅੱਛਾ ਚੱਲ ਰਿਹਾ ਸੀ ਉਹ ਵਾਲਾ ਵੀ। ਇਹ ਹਾਂ ਹਿੰਦੀ ਤੇ ਦੂਸਰੀ ਭਾਸ਼ਾ ਦੇ ਵਿੱਚ ਵੀ ਹਾਂ, ਹਿੰਦੀ 'ਚ ਨੈਗੇटिव और कॉमेडी वैसे करैक्टर करने ਮੈਨੂੰ ਬਹੁਤ ਹੀ ਜ਼ਿਆਦਾ ਅੱਛੇ ਲੱਗਦੇ ਨੇ। ਔਰ ਜਦ ਸੀਰੀਅਸ तो मैं बड़ी जल्दी रो भी ਦਿੰਦੀ ਆ, ਉਦਾਂ ਦੀ ਕੋਈ ਗੱਲ ਨਹੀਂ, ਪਰ ਸਭ ਤੋਂ ਜ਼ਿਆਦਾ ਨੈਗੇਟਿਵ ਕਰਨਾ ਔਰ ਕਾਮੇਡੀ ਕਰਨਾ ਮੈਨੂੰ ਬਹੁਤ ਅੱਛਾ ਲੱਗਦਾ ਹੈ। ਕਿ ਨੈਗੇਟਿਵ ਮੈਂ ਤੁਹਾਨੂੰ ਦੱਸਿਆ ਹੁਣ, ਮੈਂ ਕਰਕੇ ਆਈ ਸੀ ਵੈਬ ਸੀਰੀ ਟਾਈਪ ਹੈਗਾ ਸੀ, ਉਹ 'ਚ ਮਾਂ ਇੱਕ ਬਹੁਤ ਮਤਲਬ ਡੋਮੀਨੇਟਿੰਗ ਪਰਸਨੈਲਿਟੀ ਉਹਦੀ, ਉਹਨੇ ਕਿਸੇ ਨੂੰ ਬੋਲਣ ਨਹੀਂ ਦੇਣਾ। ਤਾਂ ਮੇਰੇ ਪੱਧਰ 'ਚ ਨਾ, ਕਹਿੰਦੇ ਨਾ ਪੰਜਾਬੀ 'ਚ, ਮੇਰੇ ਪੱਧਰ 'ਚ ਇਦਾਂ ਦੇ ਰੋਲ ਜ਼ਿਆਦਾ ਪਏ ਜਿਹਦੇ 'ਚ ਮੈਂ ਔਰ ਖਾਣੇ ਦਾ ਟਾਈਮ ਹੋ ਗਿਆ, ਬੇਟਾ ਆਇਆ ਨਹੀਂ ਉਸ ਤਰੀਕੇ ਦੇ ਨਾਲ। हाँ, वंश आया नहीं अभी तक। कितनी बार उसे समझाना पड़ेगा कि ये खाने का टाइम है और खाना हम साथ में ही खाते हैं। आज कौन सी वजह ऐसी होगी कि वो नहीं आया? तुम चुप रहो। तुम जो मेरे बेटे को बार बार फोन करके, पागलपन है जो तुम्हारा, उसको बंद करो। सुनाई देता है मुझे, दिखाई भी देता है। सुबह से मैं देख रही हूँ, तुमने 3 कॉल किए मेरे बेटे को सिर्फ 5 लाख रुपए के लिए। तुम्हें बहू बनाना इसलिए नहीं स्वीकार किया, तुम गरीब घर की थी इसलिए, मेरे बेटे को पैसे उड़ाने के लिए नहीं। समझी? जाओ जाके देखो वंश क्यों नहीं आया। ऐसे मैं डांटती हूँ। क्या बात है जी। ਤੇ ਕਿਹੜੀ ਕੀ ਦੂਸਰੀ ਕਿਹੜੀ ਕਿਹੜੀ ਲੈਂਗੁਏਜ ਤੁਸੀਂ ਕੰਮ ਕੀਤਾ ਤੇ ਇੱਕ ਲੈਂਗੁਏਜ ਤੁਹਾਡੀ ਕਿਹੜੀ ਫੇਵਰਿਟ ਹੈ? भोजपुरी मराठी च भी मैं किया काम। मराठी ਦੇ ਮੈਂ ਤੁਹਾਨੂੰ ਡਾਇਲੌਗ ਸੁਣਾਉਂਦੀ ਆ। ਮਰਾਠੀ ਇੱਕ ਮੇਰਾ ਕਾਮੇਡੀ ਸੀ ਹੈਗਾ, ਇੱਕ ਸੀਰੀਅਸ ਮਤਲਬ ਟੱਚ ਸੀ ਮਰਾਠੀ ਟੱਚ ਵਿੱਚ, ਪ੍ਰੋਪਰ ਨਹੀਂ ਮੈਂ ਕਰਦੀ ਮਰਾਠੀ। ਹਾਂ, ਮੈਂ 3 ਫਿਲਮਾਂ ਕੀਤੀਆਂ ਭੋਜਪੁਰੀ 'ਚ, ਉਹਦੇ ਨਾਲ ਮੈਨੂੰ ਰਵੀ ਕਿਸ਼ਨ ਨੇ ਮੈਨੂੰ ਬਹੁਤ ਸਪੋਰਟ ਕੀਤਾ। ਉਹ ਮੈਨੂੰ ਡਾਇਲੌਗ ਦੱਸਦੇ ਰਹਿੰਦੇ ਸੀ ਕਿੱਦਾਂ ਬੋਲਣਾ, ਤੇ ਮੈਂ ਤਾਂ ਬੋਲ ਦਿੰਦੀ ਸੀ। ਮੈਂ ਮਰਾਠੀ ਦਾ ਤੁਹਾਨੂੰ ਦੱਸਦੀ ਹਾਂ, ਮੇਰੇ ਆਪਣੇ ਇਨ-ਲॉज ਦੀ ਵੀ ਲੈਂਗੁਏਜ ਹੈਗੀ ਨਾ। ਹਾਂ, काय काय बोलते तू? तुला काय वाटते मी ऐकत नाही का? मला सगळं ऐकू येते, कळलं ना? तू कुठून बोलते मला पण ऐकून येते. जा जाके गप बस आणि तुझं काम कर, माझे नातू लगू नको. हा, मोठी आई, आता मी काय करू? हा, मी तर वेडी झालीये का? क्या बात है, क्या बात है। ਕਿਹੜਾ ਬੰਦਾ ਇੰਨੀ ਸਾਰੀ ਲੈਂਗੁਏਜ ਬੋਲਦਾ ਹੋਵੇ, ਇੰਨਾ ਮਲਟੀ ਟੈਲੈਂਟਡ ਹੋਵੇ, ਤੇ ਕਿਆ ਬਾਤ ਹੈ। ਸੁਸ਼ਮਾ ਜੀ, ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਮਜ਼ਾ ਆਇਆ, ਤੇ ਆਪਾਂ ਅੱਗੇ ਵੀ ਇਹ ਸਿਲਸਿਲੇ ਨੂੰ ਬਣਾ ਕੇ ਰੱਖਾਂਗੇ। ਤੇ ਬਹੁਤ ਬਹੁਤ ਸ਼ੁਕਰੀਆ ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ। ਐਂਡ ਇਸੀ ਤਰੀਕੇ ਦੇ ਨਾਲ ਤੁਸੀਂ ਉਹਦਾ ਕੰਮ ਕਰਦੇ ਰਹੋ। ਐਂਡ ਅਸੀਂ ਫਰੈਂਡਸ ਵਰਲਡ ਟੀਵੀ ਦੀ ਤਰਫੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਬੈਸਟ ਆਫ ਲੱਕ, ਬੈਸਟ ਵਿਸ਼ੇਸ। थैंक यू सर, थैंक तो यू सो दोस्तों, मच।
ਜੀ ਵਰੁਣ ਜੀ ਸੋ ਨਾਈਸ ਆਫ तो ਯੂ दोस्तों ਅੱਜ ਆਪਾਂ ਗੱਲਬਾਤ ਕੀਤੀ ਸੁਸ਼ਮਾ ਜੀ ਦੇ ਨਾਲ ਤੇ ਸਟਾਰ ਟਾਕ ਦੇ ਵਿੱਚ ਬਨੇ ਰਹੋ ਤੇ ਆਪਾਂ ਮੁਲਾਕਾਤ ਕਰਦੇ ਰਵਾਂਗੇ ਬਹੁਤ ਬਹੁਤ ਨਮਸਕਾਰ ਤੇ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਨਮਸਕਾਰ Australia's first Indian magazine to have a national reach, Indus Age is the largest circulated South Asian magazine in Australia with 5 simultaneous editions, 55,000 copies printed monthly, 220,000 readers, largest network of clients, undisputed leader in community news. Indus Age is circulated in Sydney, Melbourne, Adelaide, Brisbane and Perth to over 525 outlets. Grab your copy now to get the latest on the community, news from India, Bollywood, music and much more. For more info, log on to www.indusage.com.au.